ਅੱਜ ਦੇ ਆਪਣੇ ਕਰੰਟ ਅਫੇਅਰ 29 ਜੁਲਾਈ 2021 ਦੇ ਸਭ ਤੋਂ ਪਹਿਲਾ ਜਿਹੜਾ ਕਰੰਟ ਅਫੇਅਰ ਹੈ ਉਹ ਹੈਗਾ ਚੰਦਰਯਾਨ 3 ਬਾਰੇ। ਦੇਖੋ ਚੰਦਰਯਾਨ 3 ਪੜਨ ਤੋਂ ਪਹਿਲਾਂ ਆਪਾਂ ਨੂੰ ਜਾਣਨਾ ਜ਼ਰੂਰੀ ਹੈ ਚੰਦਰਯਾਨ 2 ਜਿਹੜਾ 2019 ਵਿੱਚ ਗਿਆ ਸੀ, ਇਸ ਬਾਰੇ ਚੰਦਰਯਾਨ 2 ਬਾਰੇ ਜਾਣਨਾ ਜ਼ਰੂਰੀ ਹੈ। ਚੰਦਰਯਾਨ ਸੀਗਾ ਕੀ? ਦੇਖੋ ਨਾਮ ਤੋਂ ਪਹਿਲੀ ਗੱਲ ਤਾਂ ਕਲੀਅਰ ਹੈ, ਇਹ ਚੰਦਰਯਾਨ ਯਾਨੀ ਕਿ ਆਪਣੇ ਚੰਦ ਤੇ ਭੇਜਿਆ, ਜਿਹੜਾ ਆਪਾਂ ਸਪੇਸਕ੍ਰਾਫਟ ਭੇਜਿਆ ਸੀ ਚੰਦ ਤੇ, ਉਹਨੂੰ ਰੈਫਰ ਕੀਤਾ ਗਿਆ। ਜੇ ਤੁਹਾਨੂੰ ਯਾਦ ਹੋਵੇ 2019 ਵਿੱਚ ਤੁਹਾਡੇ ਇਸਰੋ ਲਈ ਇੱਕ ਬਹੁਤ ਹੀ ਦੁਖਦਾਰ ਮੂਵਮੈਂਟ ਸੀਗਾ ਕਿ ਇੱਕ ਜਿਹੜਾ ਚੰਦਰਯਾਨ 2 ਸੀਗਾ, ਇਹਦੇ ਅੰਦਰ 3 ਚੀਜ਼ਾਂ ਭੇਜੀਆਂ ਗਈਆਂ ਸੀ। ਇੱਕ ਤਾਂ ਸੀਗੀ ਤੁਹਾਡੀ ਸੈਟੇਲਾਈਟ, ਜਿਹੜੀ ਤਾਂ ਇਹਨਾਂ ਨੇ ਛੱਡਤੀ ਸੀ, ਜਿਹਨੂੰ ਆਰਬਿਟਰ ਵੀ ਕਹਿੰਦੇ ਆ ਤੇ ਸੈਟੇਲਾਈਟ ਵੀ ਕਹਿੰਦੇ, ਇੱਕੋ ਗੱਲ ਹੈ। ਤਾਂ ਇੱਕ ਜਿਹੜੀ ਚੰਦ ਦੇ ਚਾਰੋਂ ਸੈਟੇਲਾਈਟ ਘੁੰਮਣੀ ਸੀ ਉਹ ਤਾਂ ਨਿਕਲ ਗਈ ਸੀ, ਉਹ ਹਜੇ ਵੀ ਘੁੰਮ ਰਹੀ ਆ, ਠੀਕ ਹੈ, ਤੇ ਆਪਾਂ ਨੂੰ ਚੰਦ ਦੀਆਂ ਫੋਟੋਆਂ ਭੇਜ ਰਹੀ ਆ ਆਪਣੇ ਇਸਰੋ। ਉਦੋਂ ਬਾਅਦ ਕੀ ਸੀ ਕਿ 2 ਕੰਪੋਨੈਂਟ ਹੋਰ ਸੀਗੇ, ਇੱਕ ਸੀਗਾ ਤੁਹਾਡਾ ਲੈਂਡਰ ਜਿਹਨੂੰ ਕਹਿੰਦੇ ਆ, ਤੇ ਇੱਕ ਜਿਹਨੂੰ ਕਹਿੰਦੇ ਆ ਰੋਵਰ। ਇਹ ਲੈਂਡਰ ਤੇ ਰੋਵਰ ਕੀ ਹੈ? ਆਪਾਂ ਕੀ ਕਰਨਾ ਸੀ, ਆਪਣਾ ਮਿਸ਼ਨ ਕੀ ਸੀ ਕਿ ਜਿਹੜਾ ਚੰਦ ਦਾ ਪੋਲ ਹੈ, ਜਿਹੜੇ ਚੰਦ ਦੇ ਉੱਤੇ ਦਾ ਹਿੱਸਾ ਹੈ, ਆਪਾਂ ਇੱਥੇ ਜਾ ਕੇ ਨਾ ਲੈਂਡਿੰਗ ਕਰਵਾਉਣੀ ਸੀ ਤੇ ਆਪਣਾ ਪੂਰਾ ਸਟੇਸ਼ਨ ਇੱਥੇ ਮਤਲਬ ਆਪਾਂ ਉਤਾਰਨਾ ਸੀ, ਠੀਕ ਹੈ। ਇਹਨੂੰ ਕਹਿੰਦੇ ਲੈਂਡਰ, ਜਿਹੜਾ ਜਾ ਕੇ ਉੱਥੇ ਆਪਣੇ ਸਟੈਂਡ ਖੋਲੂਗਾ ਤੇ ਉਹਦੇ ਨਾਲ ਲੈਂਡ ਕਰ ਜੂਗਾ। ਪਰ ਹੋਇਆ ਕਿ ਜਦੋਂ ਇਹ ਥੱਲੇ ਲੈਂਡ ਕਰਨ ਲਈ ਥੱਲੇ ਨੂੰ ਵੱਧ ਰਿਹਾ ਸੀ, ਆਖਰੀ ਦੇ 5-10 ਮਿੰਟ 'ਚ ਕੀ ਹੋਇਆ ਕਿ ਆਖਰੀ ਦੇ 5-10 ਮਿੰਟ 'ਚ ਅਚਾਨਕ ਹੀ ਇਹਦੇ ਨਾਲ ਸਿਗਨਲ ਟੁੱਟ ਗਿਆ, ਇਹਦੇ ਸੌਫਟਵੇਅਰ ਵਿੱਚ ਪ੍ਰੋਬਲਮ ਆ ਗਈ ਸੀ ਤੇ ਸਿੱਧਾ ਥੱਲੇ ਜਾ ਕੇ ਗਿਰਿਆ, ਜਿਹਦੇ ਨਾਲ ਇਹ ਟੁੱਟ ਗਿਆ ਤੇ ਆਪਣਾ ਇਹ ਲੈਂਡਰ ਫੇਲ ਹੋਇਆ। ਇਹ ਆਪਾਂ ਇਹਨੂੰ ਲੈਂਡ ਕਰਵਾ ਕੇ ਕਰਾਉਣਾ ਕੀ ਸੀ? ਦੇਖੋ ਇਹਦੇ ਅੰਦਰ ਨਾ ਆਪਾਂ ਇਹਦੇ ਨਾਲ ਭੇਜ ਰਹੇ ਸੀ ਇੱਕ ਰੋਵਰ, ਜਿਹੜਾ ਮੈਂ ਤੁਹਾਨੂੰ ਤੀਜਾ ਕੰਪੋਨੈਂਟ ਦੱਸਿਆ ਰੋਵਰ। ਰੋਵਰ ਕੀ ਹੁੰਦਾ? ਇੱਕ ਤਰ੍ਹਾਂ ਦੀ ਗੱਡੀ ਹੈ ਇਹ, ਠੀਕ ਹੈ, ਮਤਲਬ ਜਿਵੇਂ ਰਿਮੋਟ ਕੰਟਰੋਲ ਕਾਰ ਹੁੰਦੀ ਹੈ ਉਦਾਂ ਦੀ ਚੀਜ਼ ਹੈ ਇਹ, ਠੀਕ ਹੈ। ਆਪਾਂ ਇੱਥੇ ਧਰਤੀ ਉੱਤੇ ਬੈਠੇ ਹੋਏ ਇਹਨੂੰ ਕੰਟਰੋਲ ਕਰਕੇ ਚਲਾਉਣਾ ਸੀ। ਮੂਨ ਉੱਤੇ ਇੱਧਰ ਉੱਧਰ ਚਲਾ ਕੇ, ਇੱਕ ਤਾਂ ਆਪਾਂ ਸਾਰੀ ਸਰਫੇਸ ਉੱਥੋਂ ਦੇਖਣੀ ਸੀ ਕਿ ਹੈ ਕੀ ਮੂਨ ਉੱਤੇ, ਆਪਣੇ ਚੰਦ ਉੱਤੇ ਹੈ ਕੀ, ਤੇ ਉੱਥੋਂ ਦੀ ਜਿਵੇਂ ਮਿੱਟੀ ਨੂੰ ਲੈ ਕੇ ਆ ਜਿਹੜਾ ਆਪਾਂ ਲੈਂਡਰ ਬਣਾਇਆ ਸੀ ਇੱਥੇ, ਇਹ ਲੈਂਡਰ ਨਾ ਬਹੁਤ ਵੱਡੀ ਇੱਕ ਲੈਬ ਦੀ ਤਰੀਕੇ ਨਾਲ ਹੀ ਹੋਣਾ ਸੀ, ਲੈਬੋਰੇਟਰੀ ਹੋਣੀ ਸੀ ਪੂਰੀ, ਉਹਦੇ ਅੰਦਰ ਜਾ ਕੇ ਇਹ ਸਾਰੀਆਂ ਚੀਜ਼ਾਂ ਟੈਸਟ ਹੋਣੀਆਂ ਸੀ, ਠੀਕ ਹੈ, ਕਿ ਕਿਹੜੀ ਚੀਜ਼ ਕਿੰਨੀ ਮਾਤਰਾ ਵਿੱਚ ਉੱਥੇ ਹੈਗੀ ਹੈ। ਜਿਹੜੀ ਆ ਮਿੱਟੀ ਆਪਾਂ ਉੱਥੋਂ ਚੱਕੀ ਹੈ, ਜਿਹੜੀ ਹਵਾ, ਆਪਾਂ ਹਰ ਚੀਜ਼ ਉਹਦੇ ਆਸ-ਪਾਸ ਆਪਾਂ ਸਾਰੇ ਦੀ ਸਾਰੀ ਚੀਜ਼ਾਂ ਤੇ ਪ੍ਰਯੋਗ ਕਰਨੇ ਸੀ, ਟੈਸਟ ਕਰਨੇ ਸੀ, ਜਿਹਦੇ ਨਾਲ ਆਪਾਂ ਨੂੰ ਪਤਾ ਲੱਗ ਸਕੇ ਕਿ ਆਉਣ ਵਾਲੇ ਸਮੇਂ 'ਚ ਚੰਦ ਆਪਣੇ ਕਿਸੇ ਕੰਮ ਦਾ ਹੋ ਸਕਦਾ ਹੈ ਨਹੀਂ ਹੋ ਸਕਦਾ। ਜਿਵੇਂ ਜਿਹੜਾ ਚੰਦਰਯਾਨ 1 ਗਿਆ ਸੀ, ਜਿਹੜਾ ਸਭ ਤੋਂ ਪਹਿਲਾਂ ਆਪਾਂ ਚੰਦਰਯਾਨ 1 ਭੇਜਿਆ ਸੀ ਨਾ, ਉਹਨੇ ਇੱਕ ਬਹੁਤ ਵੱਡੀ ਖੋਜ ਕੀਤੀ ਸੀ, ਜਿਹੜੀ ਬਾਅਦ 'ਚ ਨਾਸਾ ਨੇ ਵੀ ਮੰਨੀ ਕਿ ਹਾਂ ਇਹ ਚੀਜ਼ ਸਹੀ ਹੈ। ਉਹ ਆ ਕਿ ਚੰਦ ਉੱਤੇ ਪਾਣੀ ਹੈਗਾ ਹੈ, ਪਰ ਪਾਣੀ ਕੀ ਹੈ? ਜੰਮਿਆ ਹੋਇਆ ਮਿੱਟੀ ਦੇ ਅੰਦਰ। ਹੁਣ ਜਦੋਂ ਆਪਾਂ ਉਹਦੇ ਮਿੱਟੀ ਦੇ ਸੈਂਪਲ ਪੜ੍ਹਦੇ, ਆਪਾਂ ਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਪਤਾ ਚੱਲਦੀਆਂ। ਇਸ ਤਰੀਕੇ ਨਾਲ ਆਪਾਂ ਚੰਦ ਨੂੰ ਹੋਰ ਬੈਟਰ ਸਮਝ ਪਾਉਂਦੇ। ਦੇਖੋ ਇਹ ਕਿਉਂ ਜ਼ਰੂਰੀ ਆ? ਆਉਣ ਵਾਲੇ ਸਮੇਂ ਵਿੱਚ ਆਪਾਂ ਇਹੀ ਚੀਜ਼ ਸੋਚ ਰਹੇ ਹਾਂ ਕਿ ਪੂਰਾ ਦੇਸ਼ ਜਿਹੜਾ ਹੈਗਾ, ਕਿਸ ਤਰੀਕੇ ਨਾਲ ਆਪਾਂ ਹੋਰ ਜਿਹੜੇ ਆਪਣੇ ਗ੍ਰਹਿ ਹੈਗੇ ਆ, ਜਿੰਨੇ ਵੀ ਆਪਣੇ ਜਿੰਨੇ ਪਲੈਨਟਸ ਹੈਗੇ ਆ, ਜਾਂ ਜਿੰਨੇ ਵੀ ਆਪਣੇ ਆਹ ਮੂਨ ਜਿਵੇਂ ਹੋਇਆ, ਹੋਰ ਜਿਹੜੇ ਆਪਣੇ ਹੋਰ ਪੱਥਰ ਆ ਜਿੰਨੇ ਵੀ ਸਪੇਸ ਵਿੱਚ, ਆਪਾਂ ਉਹਨਾਂ ਤੇ ਜਾ ਸਕੀਏ, ਕਦੀ ਉਹਨਾਂ ਉੱਤੇ ਮਾਈਨਿੰਗ ਵੀ ਕਰ ਸਕਿਆ ਅੱਜ ਤੋਂ 50 ਸਾਲ ਬਾਅਦ। ਤਾਂ ਉੱਥੇ ਲੈਂਡ ਕਰਕੇ ਉੱਥੇ ਧਰਤੀ ਤੇ ਬੈਠੇ ਬੈਠੇ ਚੀਜ਼ਾਂ ਚਲਾਉਣ ਦੀ ਆਪਾਂ ਨੂੰ ਟੈਕਨੋਲੋਜੀ ਚਾਹੀਦੀ ਆ, ਉਹੀ ਚੀਜ਼ਾਂ ਆਪਾਂ ਹਜੇ ਬਣਾ ਰਹੇ ਹਾਂ, ਠੀਕ ਹੈ। ਹਜੇ ਤਾਂ ਮਤਲਬ ਸਰਕਾਰਾਂ ਖਰਚਾ ਹੀ ਕਰ ਰਹੀਆਂ, ਪਰ ਆਪਾਂ ਇਸੇ ਤਰੀਕੇ ਨਾਲ ਕਰ ਰਹੇ ਹਾਂ ਕਿ ਫਿਊਚਰ 'ਚ ਆਪਾਂ ਕਿਸ ਤਰੀਕੇ ਨਾਲ ਇਹਨੂੰ ਕਰ ਸਕੀਏ। ਜੇ ਭਾਰਤ ਇਹ ਚੰਦਰਯਾਨ 2 ਦਾ ਲੈਂਡਰ ਨੂੰ ਉੱਥੇ ਲੈਂਡ ਕਰਵਾਉਣ 'ਚ ਕਾਮਯਾਬ ਹੋ ਜਾਂਦਾ, ਕਿ ਉੱਥੇ ਉਹ ਟਿਕ ਜਾਂਦਾ, ਆਪਾਂ ਦੁਨੀਆ ਦਾ ਚੌਥਾ ਦੇਸ਼ ਬਣ ਜਾਂਦੇ ਜਿਹੜਾ ਇਹ ਕਰ ਪਾਉਂਦਾ। ਆਪਣੇ ਤੋਂ ਪਹਿਲਾਂ ਸੋਵੀਅਤ ਯੂਨੀਅਨ ਇਹ ਕਰ ਚੁੱਕਿਆ, ਫਿਰ ਤੁਹਾਡਾ ਅਮਰੀਕਾ ਕਰ ਚੁੱਕਿਆ, ਸਰਵੇਅਰ 1 ਸੰਯੁਕਤ ਰਾਜ ਜਿਹੜਾ ਹੈਗਾ ਰਾਸ਼ਟਰੀ ਰਾਜ, ਇਹ USA ਹੈ, ਤੇ ਤੁਹਾਡਾ ਚੀਨ ਨੇ ਚਾਂਗ 3 ਆ ਰਹੇ ਜੀ, ਠੀਕ ਹੈ। ਇਹ 3 ਚਾਂਗ 3 ਉਹਨਾਂ ਦਾ ਉਹ ਸੀਗਾ, ਜਹਾਜ਼ ਦਾ ਨਾਮ ਸੀ, ਉਹ ਮੈਨੂੰ ਦੇਖਿਆ ਰਲਦਾ ਮਿਲਦਾ ਲਿਖਿਆ ਤਾਂ ਉੱਥੇ ਪਹਿਲਾਂ ਕਰਤਾ। ਤੀਜਾ ਦੇਸ਼ ਸੀ ਚੀਨ। ਤਾਂ ਜੇ ਭਾਰਤ ਕਰ ਪਾਉਂਦਾ ਤਾਂ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਜਾਂਦਾ
ਜਿਹੜਾ ਮੂਨ ਉੱਤੇ ਲੈਂਡਿੰਗ ਕਰਾ ਪਾਉਂਦਾ। ਠੀਕ ਹੈ, ਤਾਂ ਆਪਣਾ ਚੰਦਰਯਾਨ 2 ਇਹ ਅੱਧਾ ਕਾਮਯਾਬ ਸੀ, ਕਿਉਂਕਿ ਆਪਾਂ ਸੈਟੇਲਾਈਟ ਤੋਂ ਲਾਂਚ ਕਰਤੀ ਪਰ ਲੈਂਡਰ ਫੇਲ ਹੋ ਗਿਆ। ਲੈਂਡਰ ਦੇ ਅੰਦਰ ਹੀ ਰੋਵਰ ਸੀਗਾ, ਉਹ ਵੀ ਟੁੱਟ ਗਿਆ। ਆ ਦੋਨੋਂ ਕੰਪੋਨੈਂਟ ਉਹਦੇ ਫੇਲ ਹੋ ਗਏ। ਇਸੇ ਲਈ ਹੁਣ ਆਪਾਂ ਜਿਹੜਾ ਹੈਗਾ ਚੰਦਰਯਾਨ 3 ਦੀ ਤਿਆਰੀ ਕਰ ਰਹੇ ਹਾਂ। ਹੁਣ ਤੀਜੇ ਵਿੱਚ ਆਹ ਜਿਹੜਾ ਚੰਦਰਯਾਨ 3 ਭੇਜ ਰਹੇ, ਜੇ ਸੈਟੇਲਾਈਟ ਹੋਊਗੀ ਨਹੀਂ, ਇਹਦਾ ਪੂਰਾ ਫੋਕਸ ਹੀ ਆਪਣਾ ਆਹ ਲੈਂਡਰ ਜਿਹੜਾ ਉੱਥੇ ਆਪਾਂ ਲੈਂਡ ਕਰਾਣਾ ਹੈ, ਤੇ ਉਹਦੇ ਨਾਲ ਜਿਹੜਾ ਆਹ ਰੋਵਰ ਆਪਾਂ ਬਾਹਰ ਕੱਢਣਾ ਹੈ, ਇਹਦੇ ਉੱਤੇ ਹੀ ਸਾਰਾ ਦਾ ਸਾਰਾ ਫੋਕਸ ਹੈ। ਹੋਰ ਕਿਸੇ ਚੀਜ਼ ਉੱਤੇ ਫੋਕਸ ਹੀ ਨਹੀਂ ਹੈ। ਠੀਕ ਹੈ, ਇਹਨੂੰ 2022 ਵਿੱਚ ਹਜੇ ਭੇਜਿਆ ਜਾਊਗਾ। 22 ਦੇ ਆਹ ਜਿਹੜਾ ਅਪ੍ਰੈਲ ਮਈ ਦਾ ਮਹੀਨਾ ਹੈ, ਉਹਦੇ ਆਸ-ਪਾਸ ਇਹ ਭੇਜਿਆ ਜਾਊਗਾ, ਤੇ ਉਹਦੀ ਹਜੇ ਤਿਆਰੀ ਕੀਤੀ ਜਾ ਰਹੀ ਹੈ, ਇਹਨੂੰ ਹੁਣ ਬਣਾਇਆ ਜਾ ਰਿਹਾ। ਠੀਕ ਹੈ, ਤੇ ਇਹੀ ਸਾਰਾ ਕੁਝ ਇੱਥੇ ਲਿਖਿਆ ਹੋਇਆ। ਅਗਲਾ ਜਿਹੜਾ ਆਪਣਾ ਕਰੰਟ ਅਫੇਅਰ ਹੈਗਾ, ਉਹ ਹੈਗਾ ਆਪਣੇ ਨਿਆਂਪਾਲਿਕਾ ਬਾਰੇ। ਆਪਣੀ ਜਿਹੜੀ ਜੁਡੀਸ਼ਰੀ ਹੈ, ਉਹਦੇ ਅੰਦਰ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ। ਇਹਦਾ ਕਰੰਟ ਅਫੇਅਰ ਕਿੱਥੋਂ ਆਇਆ? ਜਿਹੜੇ ਤੁਹਾਡੇ ਇਸ ਟਾਈਮ ਚੀਫ ਜਸਟਿਸ ਆਫ ਇੰਡੀਆ ਹੈਗੇ ਆ ਨਾ, NV ਰਮਨਾ। ਠੀਕ ਹੈ, NV ਰਮਨਾ, ਇਹ ਆਪਣੇ CJI ਯਾਨੀ ਕਿ ਚੀਫ ਜਸਟਿਸ ਆਫ ਇੰਡੀਆ ਹੈਗੇ ਆ। ਇਹ ਨਾ ਬਿਲੋਂਗ ਕਰਦੇ ਆ ਤੁਹਾਡੇ ਜਿਹੜੀ ਆਪਣੀ ਸਟੇਟ ਆ ਤੇਲੰਗਾਨਾ, ਇਹ ਉੱਥੇ ਬਿਲੋਂਗ ਕਰਦੇ ਆ। ਤਾਂ ਬਾਈ ਚਾਂਸ ਆਪਣੇ ਸੁਪਰੀਮ ਕੋਰਟ ਦੇ ਅੱਗੇ ਨਾ ਇੱਕ ਕੇਸ ਆਇਆ ਹੋਇਆ ਸੀ। ਉਸ ਕੇਸ ਵਿੱਚ ਕੀ ਸੀ ਕਿ ਤੁਹਾਡੇ ਜਿਹੜੀ ਔਰਤ ਦਾ ਕੇਸ ਚੱਲ ਰਿਹਾ ਸੀ, ਉਹਨੂੰ 20 ਸਾਲ ਹੋ ਗਏ ਸੀ ਉਹਨੂੰ ਕੇਸ ਲੜਦੇ ਹੋਏ, ਤੇ ਹਜੇ ਵੀ ਉਹਨੂੰ ਸੁਪਰੀਮ ਕੋਰਟ 'ਚ ਉਹਦਾ ਜਦੋਂ ਬਿਆਨ ਲੈ ਰਹੇ ਸੀ, ਬਿਆਨ ਦੇਣ 'ਚ ਉਹਨੂੰ ਬਹੁਤ ਜ਼ਿਆਦਾ ਤਕਲੀਫ ਆ ਰਹੀ ਸੀ, ਕਿਉਂਕਿ ਕੀ ਬੋਲੇ ਇੰਗਲਿਸ਼ ਭਾਸ਼ਾ ਵਿੱਚ ਉਹਨੂੰ ਸਮਝ ਨਹੀਂ ਆ ਰਿਹਾ ਸੀ। ਠੀਕ ਹੈ, ਤਾਂ ਇਸ ਕਾਰਨ ਜਿਹੜੇ ਥੋੜੇ ਚੀਫ ਜਸਟਿਸ ਆ, ਕਿਉਂਕਿ ਉਹਨਾਂ ਨੂੰ ਤੇਲਗੂ ਆਉਂਦੀ ਹੈ, ਤੇ ਜਿਹੜੀ ਉਹ ਔਰਤ ਸੀ ਉਹ ਤੇਲੰਗਾਨਾ ਤੋਂ ਵੀ ਸੀਗੀ, ਤਾਂ ਥੋੜੇ ਚੀਫ ਜਸਟਿਸ ਆਫ ਇੰਡੀਆ ਨੇ ਉਹਨੂੰ ਤੇਲਗੂ ਵਿੱਚ ਪੁੱਛਿਆ ਕਿ ਉਹਦਾ ਕੀ ਪੂਰਾ ਇਸ਼ੂ ਆ, ਕਿ ਤੇਲਗੂ ਵਿੱਚ ਮੈਨੂੰ ਸਮਝਾਓ। ਤੇ ਫਿਰ ਇਸੇ ਤਰੀਕੇ ਨਾਲ ਉਹ ਔਰਤ ਨੇ ਵੀ ਸਭ ਕੁਝ ਆਪਣਾ ਤੇਲਗੂ ਵਿੱਚ ਸਮਝਾਇਆ। ਤਾਂ ਇਸ ਕਾਰਨ ਇਹ ਆਪਣਾ ਕਰੰਟ ਅਫੇਅਰ ਬਣਿਆ। ਇਹ ਕਰੰਟ ਅਫੇਅਰ ਕਿਉਂ ਬਣਿਆ? ਹੁਣ ਇਹਦੇ ਨਾਲ ਦੀ ਜਿਹੜੀ ਜੁੜਦੀ ਚੀਜ਼ ਹੈ, ਇਹ ਕਰੰਟ ਅਫੇਅਰ ਬਣਿਆ ਹੀ। ਠੀਕ ਹੈ, ਦੇਖੋ ਆਪਣੇ ਜਿੰਨੇ ਵੀ ਨਿਆਂਪਾਲਿਕਾ ਦੇ ਹੈਗੇ ਆ, ਚਾਹੇ ਆਪਣਾ ਹਾਈ ਕੋਰਟ ਹੈਗੇ ਆ, ਚਾਹੇ ਸੁਪਰੀਮ ਕੋਰਟ ਹੈ, ਇਹਨਾਂ ਦੇ ਅੰਦਰ ਕਿਹੜੀ ਭਾਸ਼ਾ ਬੋਲੀ ਜਾਊਗੀ, ਇਹ ਤੁਹਾਡੇ ਜਿਹੜਾ ਆਪਣਾ ਸੰਵਿਧਾਨ ਹੈਗਾ ਨਾ, ਸੰਵਿਧਾਨ ਜਿਹੜਾ ਹੈਗਾ ਉਹਦੇ ਅੰਦਰ ਫਿਕਸ ਕਰ ਦਿੱਤਾ ਗਿਆ ਕਿ ਕਿਹੜੀ ਭਾਸ਼ਾ ਇਹਦੇ ਅੰਦਰ ਬੋਲੀ ਜਾ ਸਕਦੀ ਹੈ। ਹੁਣ ਜਿਵੇਂ ਜਿਹੜਾ ਸੁਪਰੀਮ ਕੋਰਟ ਹੈ, ਠੀਕ ਹੈ, ਸੁਪਰੀਮ ਕੋਰਟ ਵਿੱਚ ਸਿਰਫ ਤੇ ਸਿਰਫ ਅੰਗਰੇਜ਼ੀ ਭਾਸ਼ਾ ਹੀ ਬੋਲੀ ਜਾ ਸਕਦੀ ਹੈ, ਉਹਦੇ ਸਿਵਾ ਕੋਈ ਹੋਰ ਭਾਸ਼ਾ ਨਹੀਂ ਬੋਲੀ ਜਾ ਸਕਦੀ। ਇਹ ਆਰਟੀਕਲ 348 ਜਿਹੜਾ ਧਾਰਾ ਆਪਣੇ ਸੰਵਿਧਾਨ ਦੀ ਧਾਰਾ 348 ਹੈ, ਉਹਦੇ ਅੰਦਰ ਲਿਖਿਆ ਹੋਇਆ ਹੈ ਸਿਰਫ ਅੰਗਰੇਜ਼ੀ ਹੀ ਸੁਪਰੀਮ ਕੋਰਟ ਦੇ ਅੰਦਰ ਬੋਲੀ ਜਾ ਸਕਦੀ ਹੈ। ਯਾਨੀ ਕਿ ਕਿਸੇ ਨੇ ਕੋਈ ਵੀ ਪੇਪਰ ਫਾਈਲ ਕਰਨਾ ਸੁਪਰੀਮ ਕੋਰਟ 'ਚ, ਕੋਈ ਵੀ ਬਿਆਨ ਦੇਣਾ, ਤੁਹਾਡਾ ਜਿਹੜਾ ਵਕੀਲ ਹੋਊਗਾ ਉਹਨੇ ਕੁਝ ਵੀ ਬੋਲਣਾ ਹੈ, ਹਰ ਚੀਜ਼ ਸਿਰਫ ਇੰਗਲਿਸ਼ ਭਾਸ਼ਾ ਯਾਨੀ ਕਿ ਅੰਗਰੇਜ਼ੀ ਭਾਸ਼ਾ ਵਿੱਚ ਹੀ ਹੋ ਸਕਦੀ ਹੈ, ਹੋਰ ਕਿਸੇ ਵਿੱਚ ਨਹੀਂ ਹੋ ਸਕਦੀ। ਹੁਣ ਇਹਦੇ ਨਾਲ ਆਪਣੇ ਭਾਰਤ ਦੇ ਇੱਕ ਬਹੁਤ ਵੱਡਾ ਇਸ਼ੂ ਖੜਾ ਹੋ ਜਾਂਦਾ ਹੈ। ਠੀਕ ਹੈ, ਮਸਲਾ ਕੀ ਹੈ ਕਿ ਹੁਣ ਆਪਣੇ ਭਾਰਤ ਵਿੱਚ ਜਿਹੜੇ ਲੋਕਾਂ ਨੂੰ ਹੁਣ ਅੰਗਰੇਜ਼ੀ ਨਹੀਂ ਆਉਂਦੀ ਜਾਂ ਅੰਗਰੇਜ਼ੀ ਬੋਲਦੇ ਹੋਏ ਅਟਕਦੇ ਹੈ, ਉਹਨਾਂ ਲਈ ਇੱਕ ਤਰੀਕੇ ਨਾਲ ਆਪਣੇ ਸੰਵਿਧਾਨ ਵਿੱਚ ਕੋਈ ਵੀ ਤਰੀਕਾ ਹੀ ਨਹੀਂ ਹੈ ਕਿ ਉਹ ਸੁਪਰੀਮ ਕੋਰਟ ਕਿੱਦਾਂ ਜਾਣ, ਕਿਉਂਕਿ ਜੇ ਕੋਈ ਸੁਪਰੀਮ ਕੋਰਟ ਜਾਊਗਾ ਉਹਨੂੰ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਗੱਲ ਕਰਨੀ ਪਊਗੀ। ਜੇ ਅੰਗਰੇਜ਼ੀ ਨਹੀਂ ਆਉਂਦੀ ਤਾਂ ਹੁਣ ਕੀ ਕਰਾਂਗੇ? ਠੀਕ ਹੈ, ਤਾਂ ਫੇਰ ਸਾਰਾ ਦਾ ਸਾਰਾ ਕੇਸ ਵਕੀਲ ਉੱਤੇ ਹੀ ਹੈ ਕਿ ਵਕੀਲ ਨੂੰ ਆਉਂਦੀ ਹੈ ਅੰਗਰੇਜ਼ੀ ਤੇ ਵਕੀਲ ਆਪਣੇ ਮੁਤਾਬਿਕ ਹੀ ਦੇਖੂਗਾ। ਮਤਲਬ ਤੁਸੀਂ ਖੁਦ ਕੋਈ ਬਿਆਨ ਜਿਹੜਾ ਆਪਾਂ ਖੁਦ ਕੋਈ ਬਿਆਨ ਦੇਣਾ ਆਪਣੀ ਖੁਦ ਦੀ ਭਾਸ਼ਾ ਵਿੱਚ, ਉਹ ਨਹੀਂ ਦੇ ਪਾਵਾਂਗੇ। ਠੀਕ ਹੈ, ਪਰ ਇਹ ਹਜੇ ਤੱਕ ਆਪਣਾ ਜੇ ਤੁਹਾਨੂੰ ਇਹੀ ਸਟੇਟਮੈਂਟ ਆਉਂਦੀ ਹੈ ਕਿ ਸੁਪਰੀਮ ਕੋਰਟ 'ਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ, ਉਹਦੇ ਅੰਦਰ ਸਿਰਫ ਤੇ ਸਿਰਫ ਅੰਗਰੇਜ਼ੀ ਬੋਲੀ ਜਾਂਦੀ ਹੈ, ਹੋਰ ਕੋਈ ਭਾਸ਼ਾ ਨਹੀਂ ਬੋਲੀ ਜਾਂਦੀ। ਤੇ ਹੁਣ ਗੱਲ ਫਿਰ ਆਉਂਦੀ ਹੈ ਹਾਈ ਕੋਰਟ ਦੀ, ਜਿਹੜੇ ਆਪਣੇ ਹਾਈ ਕੋਰਟ ਆ ਉੱਥੇ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ। ਦੇਖੋ ਉਹਦੇ ਲਈ ਵੀ ਜਿਹੜਾ ਆਪਣਾ ਸੰਵਿਧਾਨ ਹੈ ਉਹਦੇ ਅੰਦਰ ਫਿਰ ਉਹੀ ਚੀਜ਼ ਲਿਖੀ ਹੋਈ ਹੈ ਕਿ ਅੰਗਰੇਜ਼ੀ ਵਰਤੀ ਜਾਊਗੀ, ਪਰ ਉੱਥੇ ਥੋੜਾ ਜਿਹਾ ਕਾਨੂੰਨ ਅੱਡ ਕੀਤਾ ਹੋਇਆ। ਕਾਨੂੰਨ ਅੱਡ ਕੀ ਕੀਤਾ ਹੋਇਆ ਹੈ ਕਿ ਜਿਹੜਾ ਤੁਹਾਡੇ ਜਿਹੜਾ ਗਵਰਨਰ ਹੈ, ਜਿਹੜਾ ਹਰ ਸਟੇਟ ਦਾ ਗਵਰਨਰ ਹੁੰਦਾ ਹੈ, ਗਵਰਨਰ ਤੁਹਾਡਾ ਰਾਸ਼ਟਰਪਤੀ ਤੋਂ ਪਰਮਿਸ਼ਨ ਲੈ ਕੇ, ਰਾਸ਼ਟਰਪਤੀ ਤੋਂ ਪਹਿਲਾਂ ਪੁੱਛਣਾ ਪਊਗਾ ਗਵਰਨਰ ਨੂੰ,
ਜੇ ਰਾਸ਼ਟਰਪਤੀ ਪਰਮਿਸ਼ਨ ਦੇ ਦਿੰਦਾ ਹੈ, ਲੈਟਸ ਸਪੋਜ਼ ਆਪਾਂ ਕਹਿੰਨੇ ਆ ਕਿ ਜਿਹੜਾ ਹਿਮਾਚਲ ਦਾ ਗਵਰਨਰ ਹੈ, ਆਪਾਂ ਪੰਜਾਬ ਹਰਿਆਣੇ ਦੀ ਗੱਲ ਨਹੀਂ ਕਰਦੇ ਕਿਉਂਕਿ ਕੋਰਟ ਇੱਕੋ ਹੀ ਹੈ, ਪਹਿਲਾਂ ਇਹਨਾਂ ਦੀ ਵੀ ਗੱਲ ਸਮਝਾਣਾ ਹੈ, ਪਹਿਲਾਂ ਹਿਮਾਚਲ ਦੀ ਗੱਲ ਕਰਦੇ। ਹਿਮਾਚਲ ਵਿੱਚ ਜਿਹੜਾ ਹੁਣ ਗਵਰਨਰ ਹੈ, ਹਿਮਾਚਲ ਵਿੱਚ ਆਪਾਂ ਮੰਨਦੇ ਕਿ ਚਲੋ ਡਿਮਾਂਡ ਉੱਠੀ ਕਿ ਹਿੰਦੀ ਭਾਸ਼ਾ ਵੀ ਹਾਈ ਕੋਰਟ ਵਿੱਚ ਜੋੜੋ, ਤਾਂ ਜਿਹੜਾ ਤੁਹਾਡਾ ਗਵਰਨਰ ਹੋਊਗਾ, ਗਵਰਨਰ ਕੀ ਕਰੂਗਾ, ਗਵਰਨਰ ਪਹਿਲਾਂ ਰਾਸ਼ਟਰਪਤੀ ਤੋਂ ਪੁੱਛੂਗਾ ਕਿ ਸਾਡੇ ਇੱਥੇ ਹਿੰਦੀ ਭਾਸ਼ਾ ਦੀ ਡਿਮਾਂਡ ਹੋ ਰਹੀ ਹੈ, ਕਿ ਮੈਂ ਆਪਣੇ ਇੱਥੇ ਜਿਹੜਾ ਹਾਈ ਕੋਰਟ ਹੈ ਇਹ 'ਚ ਅੰਗਰੇਜ਼ੀ ਦੇ ਇਲਾਵਾ, ਅੰਗਰੇਜ਼ੀ ਖਤਮ ਨਹੀਂ ਹੋ ਸਕਦੀ ਕੋਰਟ ਚੋਂ, ਅੰਗਰੇਜ਼ੀ ਦੇ ਨਾਲ ਨਾਲ ਕੋਈ ਹੋਰ ਭਾਸ਼ਾ ਜੋੜ ਸਕਦੇ, ਅੰਗਰੇਜ਼ੀ ਦੇ ਸਿਵਾ ਮੈਂ ਕੀ ਇੱਥੇ ਹਿੰਦੀ ਚਲਾ ਸਕਦਾ। ਜੇ ਰਾਸ਼ਟਰਪਤੀ ਪਰਮਿਸ਼ਨ ਦਿੰਦਾ ਕਿ ਹਾਂਜੀ ਕਰ ਲਓ, ਫਿਰ ਤੁਹਾਡਾ ਗਵਰਨਰ ਆਰਡਰ ਇਸ਼ੂ ਕਰੂਗਾ ਤੇ ਤੁਹਾਡੇ ਜੁਡੀਸ਼ਰੀ ਦੇ ਅੰਦਰ, ਹਾਈ ਕੋਰਟ ਦੇ ਅੰਦਰ ਇਹ ਉੱਥੇ ਮਤਲਬ ਹਿਮਾਚਲ ਦਾ ਜਿਵੇਂ ਐਗਜ਼ਾਮਪਲ ਦਿੱਤਾ, ਹਿੰਦੀ ਦੀ ਵਰਤੋਂ ਵੀ ਹੋਣ ਲੱਗ ਜੂਗੀ। ਠੀਕ ਹੈ, ਇਦਾਂ ਹੀ ਤੁਹਾਡੇ ਜਿੰਨੇ ਵੀ ਗਵਰਨਰ ਹੈਗੇ ਆ ਇੰਡੀਆ ਵਿੱਚ, ਜ਼ਿਆਦਾਤਰ ਹਰ ਸਟੇਟ, ਭਾਰਤ ਆਪਣੀ ਜ਼ਿਆਦਾਤਰ ਹਰ ਜਗ੍ਹਾ ਵਿੱਚ ਜਿਹੜੇ ਵੀ ਗਵਰਨਰ ਹੈਗੇ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ ਹੈ। ਜਿਵੇਂ ਆਪਣਾ ਜਿਹੜਾ ਚੰਡੀਗੜ੍ਹ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ, ਉੱਥੇ ਇੰਗਲਿਸ਼, ਹਿੰਦੀ ਤੇ ਪੰਜਾਬੀ ਇਹ ਤਿੰਨੋਂ ਦੀਆਂ ਤਿੰਨੋਂ ਲੈਂਗੁਏਜ ਚੱਲਦੀਆਂ, ਯਾਨੀ ਕਿ ਚਾਹੇ ਤੁਸੀਂ ਅੰਗਰੇਜ਼ੀ 'ਚ ਉੱਥੇ ਅਪੀਲ ਕਰੋ, ਚਾਹੇ ਹਿੰਦੀ 'ਚ ਕਰੋ, ਚਾਹੇ ਪੰਜਾਬੀ 'ਚ ਕਰੋ, ਤਿੰਨੋਂ ਲੈਂਗੁਏਜ ਮਾਨਿਅਤਾ ਰੱਖਦੀ, ਤਿੰਨੋਂ ਮੰਨੀਆਂ ਜਾਣਗੀਆਂ। ਠੀਕ ਹੈ, ਕਿਉਂਕਿ ਹਰਿਆਣਾ ਤੇ ਪੰਜਾਬ ਦਾ ਕੋਰਟ ਇੱਕੋ ਹੀ ਹੈ, ਤਾਂ ਉਹਨਾਂ ਨੇ ਹਿੰਦੀ ਕਰਵਾਈ, ਇੱਧਰੋਂ ਪੰਜਾਬੀ ਕਰਵਾਈ, ਤੇ ਅੰਗਰੇਜ਼ੀ ਤਾਂ ਰਹਿਣੀ ਹੈ ਸੰਵਿਧਾਨ ਦੇ ਮੁਤਾਬਿਕ, ਇਸ ਕਾਰਨ ਇਹ ਤਾਂ ਇਹ ਆਰਟੀਕਲ ਦਾ ਨੰਬਰ ਆਪਾਂ ਨੂੰ ਯਾਦ ਰੱਖਣਾ ਹੈ, ਤੇ ਸੁਪਰੀਮ ਕੋਰਟ ਦੀ ਲੈਂਗੁਏਜ ਖਾਸ ਕਰ, ਕਿਉਂਕਿ ਉਹ 'ਚ ਕੋਈ ਹੋਰ ਲੈਂਗੁਏਜ ਹਜੇ ਤੱਕ ਨਹੀਂ ਹੈ, ਸਿਰਫ ਅੰਗਰੇਜ਼ੀ ਹੀ ਹੈ। ਠੀਕ ਹੈ, ਕਲੀਅਰ ਹੈ। ਅਗਲਾ ਜਿਹੜਾ ਆਪਣਾ ਕਰੰਟ ਅਫੇਅਰ ਹੈ ਉਹ ਹੈਗਾ ਜਮਾ ਬੀਮਾ ਐਕਟ। ਇਹ ਕੀ ਹੈ ਜਮਾ ਬੀਮਾ ਐਕਟ? ਦੇਖੋ ਆਪਣੇ ਨਾ ਇੱਕ ਬਹੁਤ ਵੱਡੀ ਕਦੀ ਪ੍ਰੋਬਲਮ ਖੜੀ ਹੋ ਸਕਦੀ ਹੈ, ਜਿਵੇਂ ਤੁਹਾਨੂੰ 2019 ਵਿੱਚ ਯਾਦ ਹੋਵੇ, ਜਿਹੜਾ ਤੁਹਾਡਾ ਯੈਸ ਬੈਂਕ ਸੀ, ਯੈਸ ਬੈਂਕ ਬਿਲਕੁਲ ਫੇਲ ਹੋ ਗਿਆ ਸੀ। ਯੈਸ ਬੈਂਕ ਦੇ ਅੰਦਰ ਲੋਕਾਂ ਨੇ ਮਤਲਬ ਖਬਰ ਆ ਰਹੀ ਸੀ ਨਾ ਕਿ ਤੁਹਾਡਾ ਯੈਸ ਬੈਂਕ ਫੇਲ ਹੋ ਗਿਆ, ਯੈਸ ਬੈਂਕ ਹੁਣ ਬੰਦ ਹੋ ਜਾਊਗਾ, ਇਦਾਂ ਦੀ ਇੱਕ ਵਾਰੀ ਖਬਰਾਂ ਆਈਆਂ ਸੀ। ਤੁਹਾਡੇ ਆਰਬੀਆਈ ਨੂੰ ਦਖਲ ਦੇਣੀ ਪਈ ਤੇ ਯੈਸ ਬੈਂਕ ਨੂੰ ਬਚਾਇਆ ਗਿਆ। ਠੀਕ ਹੈ, ਤਾਂ ਹੀ ਹੁਣ ਯੈਸ ਬੈਂਕ ਟਿਕਿਆ ਹੋਇਆ। ਪਰ ਇਦਾਂ ਭਾਰਤ ਵਿੱਚ ਹੋਰ ਵੀ ਬੈਂਕ ਰਹੇ ਆ, ਖਾਸ ਕਰ ਜਿਹੜੇ ਕੋਆਪਰੇਟਿਵ ਬੈਂਕ ਹੁੰਦੇ ਆ, ਇਹ ਨਾ ਕਈ ਵਾਰੀ ਹਾਲਾਤਾਂ ਵਿੱਚ ਬੰਦ ਹੋ ਜਾਂਦੇ ਆ। ਹੁਣ ਜੇ ਤੁਹਾਡਾ ਕੋਈ ਬੈਂਕ ਹੈ, ਬੈਂਕ ਬੰਦ ਹੋ ਗਿਆ, ਤਾਂ ਜਿਹੜਾ ਅੰਦਰ ਪੈਸਾ ਤੁਹਾਡਾ ਪਿਆ ਸੀ ਉਹਦਾ ਕੀ ਹੋਊਗਾ? ਉਹਦਾ ਜਵਾਬ ਹੈ ਕਿ ਦੇਖੋ ਜਿੰਨਾ ਵੀ ਤੁਹਾਡਾ ਪੈਸਾ ਪਿਆ ਸੀ ਨਾ, ਉਹ ਸਾਰਾ ਬਰਬਾਦ ਹੋ ਜਾਊਗਾ। ਸਿਰਫ ਕੁਝ ਪੈਸੇ ਦੀ ਗਾਰੰਟੀ ਸਰਕਾਰ ਲੈਂਦੀ ਹੈ, ਬਾਕੀ ਕੋਈ ਵੀ ਗਾਰੰਟੀ ਸਰਕਾਰ ਨਹੀਂ ਲੈਂਦੀ। ਉਹ ਕੀ, ਕਿੰਨੇ ਪੈਸੇ ਦੀ ਗਾਰੰਟੀ ਤੁਹਾਡੀ ਸਰਕਾਰ ਲੈਂਦੀ ਹੈ? ਜਾਂ ਤਾਂ ਜਿੰਨਾ ਵੀ ਤੁਹਾਡੇ ਅਕਾਊਂਟ 'ਚ ਪੈਸਾ ਪਿਆ ਉਹਦਾ 10%, ਠੀਕ ਹੈ, ਜਿਵੇਂ ਲੱਖ ਰੁਪਏ ਅਕਾਊਂਟ 'ਚ ਪਿਆ, ਉਹਦਾ ਸਿਰਫ ਤੁਹਾਨੂੰ 10,000 ਰੁਪਏ ਮਿਲੂਗਾ ਜੇ ਬੈਂਕ ਫੇਲ ਹੋ ਗਿਆ, ਬਾਕੀ ਨਹੀਂ ਮਿਲੂਗਾ। ਜਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ 5 ਲੱਖ ਰੁਪਏ ਆ ਉਹ ਮਿਲਣਗੇ। ਠੀਕ ਹੈ, ਇਹ 5 ਲੱਖ ਨਾਲ ਹੀ ਜੁੜਿਆ ਹੋਇਆ ਅੱਜ ਤੁਹਾਡਾ ਕਾਨੂੰਨ ਆਇਆ ਹੋਇਆ। ਠੀਕ ਹੈ, 5 ਲੱਖ ਰੁਪਏ ਜਿਹੜੇ ਹੈਗੇ ਆ ਇਹ ਮਿਲਣਗੇ। ਠੀਕ ਹੈ, ਤਾਂ ਜਾਂ ਤਾਂ ਤੁਹਾਡੇ ਅਕਾਊਂਟ ਜਿੰਨਾ ਪੈਸਾ ਪਿਆ ਉਹਦਾ 10%, ਜਿਹੜਾ ਵੀ ਘੱਟ ਹੋਊਗਾ ਇਹਨਾਂ ਵਿੱਚੋਂ, ਜੇ ਜਿਹਦੇ ਅਕਾਊਂਟ ਜਿਵੇਂ ਲੱਖ ਰੁਪਇਆ ਪਿਆ 10,000 ਰੁਪਇਆ ਘੱਟ ਹੋਇਆ, ਪਰ ਜਿਹਦੇ ਅਕਾਊਂਟ ਵਿੱਚ ਕਰੋੜ ਰੁਪਇਆ ਪਿਆ ਉਹਦਾ ਤਾਂ 10% ਵੀ 10 ਲੱਖ ਬਣ ਗਿਆ। ਤਾਂ ਇਸ ਕਾਰਨ ਉਹਨੂੰ ਸਿਰਫ 5 ਲੱਖ ਦੀ ਗਾਰੰਟੀ ਹੈ, ਜ਼ਿਆਦਾ ਤੋਂ ਜ਼ਿਆਦਾ ਸਿਰਫ 5 ਲੱਖ ਦਿੱਤਾ ਜਾਊਗਾ, ਬਾਕੀ ਨਹੀਂ ਦਿੱਤਾ ਜਾਊਗਾ। ਠੀਕ ਹੈ, ਇਸੇ ਦੀ ਹੁਣ ਫਿਰ ਤੁਹਾਡੀ ਕੀ ਗਲਤੀ ਹੈ ਕਿ ਤੁਹਾਡਾ ਸਾਰਾ ਪੈਸਾ ਏਦਾਂ ਬਰਬਾਦ ਹੋ ਗਿਆ? ਇੱਕ ਤਰੀਕਾ ਜਿਹੜਾ ਹੁਣ ਬੈਂਕ ਪੈਸੇ ਕਿੱਦਾਂ ਕਮਾਉਂਦੇ ਆ, ਉਹਦੇ ਅੰਦਰ ਹੀ ਇਹ ਰਾਜ਼ ਛੁਪਿਆ ਹੋਇਆ ਕਿ ਬੈਂਕ ਫੇਲ ਕਿਉਂ ਹੋ ਜਾਂਦੇ ਆ। ਦੇਖੋ ਬੈਂਕ ਪੈਸੇ ਕਿੱਦਾਂ ਕਮਾਉਂਦੇ ਆ। ਬੈਂਕ ਦੇ ਅੰਦਰ ਸਿਸਟਮ ਜਿਹੜਾ ਹੁੰਦਾ, ਬੈਂਕ ਕੀ ਕਰਦਾ, ਆਪਣੇ ਤੋਂ ਸੇਵਿੰਗ ਲੈਂਦਾ। ਆਪਾਂ ਜਿੰਨਾ ਵੀ ਪੈਸਾ ਬੈਂਕ 'ਚ ਰੱਖਦੇ ਆ, ਚਾਹੇ ਐਫਡੀ ਦੇ ਤੌਰ ਤੇ ਰੱਖੀਏ, ਚਾਹੇ ਵੈਸੇ ਹੀ ਆਪਾਂ ਜਿਹੜੇ ਅਕਾਊਂਟ 'ਚ ਪੈਸੇ ਰੱਖਦੇ ਆ, ਉਹ ਬੈਂਕ ਕੀ ਕਰਦਾ, ਉਹ ਪੈਸੇ ਨੂੰ ਇਸਤੇਮਾਲ ਕਰਕੇ ਅੱਗੇ ਲੋਕਾਂ ਨੂੰ ਲੋਨ ਦੇ ਦਿੰਦਾ। ਹੁਣ ਆਪਾਂ ਕੋਈ ਵੀ ਸੇਵਿੰਗ ਅਕਾਊਂਟ ਖੁਲਾਣੇ ਆ, ਐਫਡੀ ਖੁਲਾਣੇ ਆ, ਤੁਹਾਨੂੰ ਲੈਟਸ ਸਪੋਜ਼ ਬੈਂਕ ਨੇ 6% ਇੰਟਰਸਟ ਦਿੱਤਾ, ਤੁਹਾਨੂੰ ਬੈਂਕ ਕਿੱਦਾਂ 6% ਇੰਟਰਸਟ ਦੇ ਦਿੰਦਾ ਹੈ?
ਕਿਉਂਕਿ ਬੈਂਕ ਇਹੀ ਪੈਸੇ ਨੂੰ ਜਿਹੜਾ ਤੁਸੀਂ ਪੈਸਾ FD ਵਿੱਚ ਦਿੱਤਾ ਹੋਊਗਾ, ਲੈਟਸ ਸਪੋਜ਼ 100 ਰੁਪਏ ਦਿੱਤੇ, ਇਹਦਾ ਕੁਝ ਹਿੱਸਾ ਇਸਤੇਮਾਲ ਕਰਕੇ ਅੱਗੇ ਕਿਸੇ ਨੂੰ 12% ਤੇ ਲੋਨ ਦੇ ਦੂਗਾ। ਤਾਂ ਇੱਥੋਂ ਦੀ ਆਪਣੀ ਕਮਾਈ ਵੀ ਰੱਖ ਲੂਗਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਤੁਹਾਨੂੰ ਵੀ ਉਹਦਾ ਇੰਟਰਸਟ ਰੇਟ ਦੇ ਦੂਗਾ। ਤਾਂ ਬੈਂਕ ਇਦਾਂ ਚੱਲਦੇ ਕਿ ਤੁਹਾਡੇ ਪੈਸੇ ਤੇ ਹੀ ਅੱਗੇ ਬਿਜ਼ਨਸ ਕਰਦੇ ਇਹ। ਤੇ ਹੁਣ ਪ੍ਰੋਬਲਮ ਕਿੱਥੇ ਆਂਦੀ ਹੈ, ਜੇ ਆਹ ਲੋਨ ਵਾਪਸ ਨਾ ਆਏ, ਜੇ ਲੋਨ ਫੇਲ ਹੋ ਗਏ, ਤਾਂ ਫਿਰ ਜਿਹੜਾ ਤੁਸੀਂ ਪੈਸਾ ਦਿੱਤਾ ਸੀ ਇੱਕ ਤਰੀਕੇ ਨਾਲ ਉਹੀ ਪੈਸਾ ਡੁੱਬਿਆ ਨਾ। ਤਾਂ ਇਸ ਲਈ ਆ ਪੈਸਾ ਵੀ ਖਤਮ ਹੋ ਜਾਂਦਾ। ਤਾਂ ਸਰਕਾਰ ਨੇ ਇਸੇ ਦੇ ਚੱਲਦੇ ਹੋਏ ਕਿ ਥੋੜਾ ਜਿਹਾ ਰਿਸਕ ਘੱਟ ਕੀਤਾ ਜਾ ਸਕੇ, ਆ ਐਕਟ ਬਣਾਇਆ ਸੀ ਤੇ ਹੁਣ ਇਹ ਚ ਅਮੈਂਡਮੈਂਟ ਕੀਤੀ ਹੈ। ਦੇਖੋ ਹੁੰਦਾ ਕੀ ਸੀ, ਜਦੋਂ ਕਈ ਵਾਰੀ ਬੈਂਕ ਫੇਲ ਵੀ ਹੋ ਜਾਂਦੇ ਸੀ, ਇਹ ਪਿਛਲੇ ਸਾਲ ਵੀ ਇਹ ਚ ਚੇਂਜ ਕੀਤਾ ਸੀ, ਇਸ ਐਕਟ ਵਿੱਚ ਚੇਂਜ ਕੀਤੇ ਸੀ। ਪਹਿਲਾਂ ਕੀ ਸੀ, 2.5 ਲੱਖ ਦੀ ਗਾਰੰਟੀ ਲੈਂਦੀ ਸੀ ਸਰਕਾਰ, ਪਿਛਲੇ ਸਾਲ ਇਹ ਵਧਾ ਕੇ 5 ਲੱਖ ਕਰਤਾ ਸੀ। ਠੀਕ ਹੈ, ਤਾਂ ਇਹ ਅਮਾਉਂਟ ਡਬਲ ਕਰਤਾ ਸੀ। ਦੂਜੀ, ਆਪਣੇ ਜਦੋਂ ਬੈਂਕ ਫੇਲ ਹੁੰਦਾ ਉਦੋਂ ਕੀ ਤਕਲੀਫ ਆਂਦੀ ਹੈ ਕਿ ਜਦੋਂ ਬੈਂਕ ਫੇਲ ਹੋ ਗਿਆ ਤਾਂ ਜਿਹੜੇ ਲੋਕਾਂ ਦਾ ਆਹ ਪੈਸਾ ਆਣਾ ਵੀ ਹੈ, ਲੈਟਸ ਸਪੋਜ਼ ਜਿਹਨੂੰ 5 ਲੱਖ ਰੁਪਇਆ ਵੀ ਆਣਾ, ਉਹਨੂੰ ਇਹ ਨਹੀਂ ਹੈ ਕਿ ਅਚਾਨਕ ਹੀ 5 ਲੱਖ ਰੁਪਏ ਦਾ ਇੱਕ ਚੈੱਕ ਆ ਜਾਊਗਾ। ਉਹਨੂੰ ਹਰ ਮਹੀਨੇ 5-5 ਹਜ਼ਾਰ ਕਰਕੇ ਪੈਸੇ ਮਸਾਂ ਦਿੰਦੇ ਸੀ, ਕਿੰਨੇ ਹੀ ਸਾਲਾਂ ਵਿੱਚ ਜਾ ਕੇ। ਤਾਂ ਵਿਚਾਰੇ ਦੀ ਕਮਾਈ ਹੋਈ, ਜਿਹੜਾ ਅਗਲੇ ਦੀ ਕਮਾਈ ਹੈ, ਜਿਹੜਾ ਪੈਸਾ ਉਹਦੇ ਅਕਾਊਂਟ 'ਚ ਪਿਆ, ਉਹਦੇ ਲਈ ਵੀ ਅਗਲੇ ਨੂੰ ਤਰਸਾ ਦਿੰਦੇ ਸੀ ਬਿਲਕੁਲ। ਇਸ ਕਾਰਨ ਥੋੜਾ ਜਿਹੜਾ ਇਹ ਪੂਰਾ ਚੀਜ਼ ਸੀ, ਹੁਣ ਸਰਕਾਰ ਨੇ ਹੁਣ ਕੀ ਨਿਯਮ ਪਾਸ ਕੀਤਾ, ਕਰੰਟ ਅਫੇਅਰ ਕਿਉਂ ਹੈ, ਬੈਂਕ ਨੂੰ ਨਿਰਦੇਸ਼ ਆ ਕਿ ਕੋਈ ਵੀ ਬੈਂਕ ਫੇਲ ਹੋਇਆ 90 ਦਿਨ ਦੇ ਅੰਦਰ ਅੰਦਰ 5 ਲੱਖ ਰੁਪਇਆ ਜਿਹੜਾ ਆਹ ਹੈਗਾ ਜਾਂ ਜਿੰਨਾ ਵੀ ਬਣਦਾ ਉਹਨੂੰ ਕਲੀਅਰ ਕਰ ਦੇਣਾ। 5 ਲੱਖ ਮੈਕਸਿਮਮ ਹੈ, ਇਹ ਕਲੀਅਰ ਕਰ ਦੇਣਾ। ਠੀਕ ਹੈ, 90 ਦਿਨ ਦੇ ਅੰਦਰ ਅੰਦਰ, ਯਾਨੀ ਕਿ ਤੁਹਾਡੇ 3 ਮਹੀਨੇ ਦੇ ਅੰਦਰ ਅੰਦਰ ਪੈਸੇ ਦੇ ਦੇਣੇ ਹੈ ਜਿਸ ਵੀ ਬੰਦੇ ਦੇ ਉਹ ਪੈਸੇ ਸੀ। ਠੀਕ ਹੈ, ਤੇ ਇਸ ਤਰੀਕੇ ਨਾਲ ਇਹ ਕੰਮ ਕਰਦਾ। ਕਲੀਅਰ ਹੈ? ਕੋਈ ਵੀ ਡਾਊਟ ਅੱਜ ਦੇ ਕਿਸੇ ਵੀ ਕਰੰਟ ਅਫੇਅਰ 'ਚ? ਇਹ ਬਾਕੀ ਜਿਹੜਾ ਹੈਗਾ ਬੈਂਕ ਫੇਲ ਕਿੱਦਾਂ ਹੁੰਦੇ ਆ, RBI ਕਿੱਦਾਂ ਦਖਲ ਦਿੰਦਾ ਹੈ, ਇਹ ਸਭ ਕੁਝ ਜਦੋਂ ਥੋੜਾ ਆਰਥਿਕਤਾ ਦਾ ਸਬਜੈਕਟ ਆਊਗਾ, ਜਦੋਂ ਇਕਨੋਮੀ ਦਾ ਸਬਜੈਕਟ ਆਊਗਾ, ਉਦੋਂ ਤੁਸੀਂ ਉੱਥੇ ਪੜ੍ਹੋਗੇ, ਕਿਉਂਕਿ ਆਪਣੇ ਆਪ 'ਚ ਬਹੁਤ ਹੀ ਡਿਟੇਲ ਦਾ ਟੌਪਿਕ ਹੈ। ਠੀਕ ਹੈ, ਮੈਂ ਹਜੇ ਤੁਹਾਨੂੰ ਬਹੁਤ ਹੀ ਸ਼ਾਰਟ ਵਿੱਚ ਸਮਝਾਤਾ, ਪਰ ਆਪਣੇ ਆਪ 'ਚ ਬਹੁਤ ਡਿਟੇਲ ਦਾ ਟੌਪਿਕ ਹੈ ਤੇ ਉੱਥੇ ਜਾ ਕੇ ਆਪਾਂ ਇਹ ਕਵਰ ਕਰਾਂਗੇ। ਠੀਕ ਹੈ, ਕੋਈ ਵੀ ਡਾਊਟ ਇੱਥੇ ਕਿਸੇ ਨੂੰ ਵੀ? ਹਾਂਜੀ ਸਰ ਜੀ। ਹਾਂਜੀ, ਔਰ ਸਰ ਜੀ ਜਿਹੜਾ ਗਵਰਨਰ ਹੈਗੇ ਸਟੇਟ ਦੇ ਜੀ, ਇਹ ਸਰ ਹਾਂਜੀ ਪਹਿਲੇ ਪਰਮਿਸ਼ਨ ਲਊਗਾ ਹੈਗਾ ਜੀ ਸਰ ਇਹਦੇ ਬਾਰੇ? ਹਾਂਜੀ ਹਾਂਜੀ, ਉਹਨੂੰ ਕੋਈ ਵੀ ਲੈਂਗੁਏਜ ਜੇ ਕਰਨੀ ਹੈ ਨਾ, ਉਸ ਤੋਂ ਪਹਿਲਾਂ ਉਹਨੂੰ ਰਾਸ਼ਟਰਪਤੀ ਦੀ ਪਰਮਿਸ਼ਨ ਲੈਣੀ ਹੀ ਲੈਣੀ ਪੈਣੀ ਹੈ। ਓਕੇ ਸਰ ਜੀ। ਠੀਕ ਹੈ, ਉਹਦੀ ਰਾਸ਼ਟਰਪਤੀ ਪਰਮਿਸ਼ਨ, ਕੋਲ ਜੀ? ਹਾਂਜੀ ਰਾਸ਼ਟਰਪਤੀ ਕੋਲੋਂ ਪਰਮਿਸ਼ਨ ਲੈਣੀ ਪੈਣੀ। ਠੀਕ ਹੈ ਸਰ। ਠੀਕ ਹੈ, ਹੋਰ ਕਿਸੇ ਨੂੰ ਕੋਈ ਡਾਊਟ? ਤਾਂ ਇਹ ਸੀਗੇ ਤੁਹਾਡੇ ਅੱਜ ਦੇ ਕਰੰਟ ਅਫੇਅਰ।